ਅਧਿਆਇ 27। ਜਦੋਂ ਸਵੇਰਾ ਹੋ ਗਿਆ ਤਾਂ ਪ੍ਰਧਾਨ ਪੁਰੋਹਿਤਾਂ ਅਤੇ ਜਨਤਾ ਦੇ ਨੇਤਾਵਾਂ ਸਭ ਨੇ ਉਸ ਨੂੰ ਮਾਰ ਦੇਣ ਲਈ ਯਿਸੂ ਦੇ ਖਿਲਾਫ ਸਲਾਹ ਮਸ਼ਵਰਾ ਕੀਤਾ। ਉਹ ਉਸ ਨੂੰ ਬੰਨ੍ਹ ਕੇ ਲੈ ਗਏ ਅਤੇ ਰਾਜਪਾਲ ਪਿਲਾਤੁਸ ਦੇ ਹਵਾਲੇ ਕਰ ਦਿੱਤਾ। ਜਦੋਂ ਯਹੂਦਾ ਨੇ ਇਹ ਦੇਖਿਆ ਕਿ ਉਸ ਨੂੰ ਸਜ਼ਾ ਦਾ ਹੁਕਮ ਹੋ ਗਿਆ ਹੈ ਤਾਂ ਉਹ ਪਛਤਾਇਆ ਅਤੇ ਉਹ ਪ੍ਰਧਾਨ ਪੁਰੋਹਿਤਾਂ ਅਤੇ ਨੇਤਾਵਾਂ ਦੇ ਕੋਲ ਚਾਂਦੀ ਦੇ 30 ਸਿੱਕੇ ਲੈ ਕੇ ਵਾਪਿਸ ਆਇਆ ਅਤੇ ਕਿਹਾ, ਮੈਂ ਨਿਰਦੋਸ਼ ਖੂਨ ਨਾਲ ਵਿਸ਼ਵਾਸਘਾਤ ਕਰਕੇ ਪਾਪ ਕੀਤਾ ਹੈ। ਉਹਨਾਂ ਨੇ ਕਿਹਾ, ਇਸ ਤੋਂ ਸਾਨੂੰ ਕੀ, ਇਹ ਤੂੰ ਹੀ ਜਾਣ। ਤਦ ਉਹ ਚਾਂਦੀ ਦੇ ਸਿੱਕੇ ਹੈਕਲ ਵਿੱਚ ਸੁੱਟ ਕੇ ਚਲਾ ਗਿਆ ਅਤੇ ਉਸਨੇ ਜਾ ਕੇ ਆਪਣੇ ਆਪ ਨੂੰ ਫਾਹੇ ਲਾ ਲਿਆ। ਪਰ ਪ੍ਰਧਾਨ ਪੁਰੋਹਿਤਾਂ ਨੇ ਚਾਂਦੀ ਦੇ ਸਿੱਕੇ ਲੈ ਕੇ ਕਿਹਾ, ਇਹਨਾਂ ਨੂੰ ਖਜ਼ਾਨੇ ਵਿੱਚ ਪਾਉਣਾ ਜਾਇਜ਼ ਨਹੀਂ, ਕਿਉਂਕਿ ਇਹ ਖੂਨ ਦਾ ਮੁੱਲ ਹੈ। ਇਸ ਲਈ ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਅਤੇ ਉਹਨਾਂ ਸਿੱਕਿਆਂ ਨਾਲ ਪਰਦੇਸੀਆਂ ਨੂੰ ਦਫਨਾਉਣ ਲਈ ਘੁਮਿਆਰ ਦਾ ਖੇਤ ਮੁੱਲ ਲਿਆ। ਇਸ ਵਜ੍ਹਾ ਨਾਲ ਉਹ ਖੇਤ ਅੱਜ ਤੱਕ ਖੂਨ ਦਾ ਖੇਤ ਅਖਵਾਉਂਦਾ ਹੈ। ਤਦ ਨਬੀ ਯਰਮੀਆ ਦਾ ਕਿਹਾ ਵਾਕ ਪੂਰਾ ਹੋ ਗਿਆ। ਉਹਨਾਂ ਨੇ ਚਾਂਦੀ ਦੇ 30 ਸਿੱਕੇ ਲਏ, ਯਾਨੀ ਉਹ ਮੁੱਲ ਜੋ ਇਸਰਾਇਲ ਦੇ ਪੁੱਤਰਾਂ ਨੇ ਉਸ ਦਾ ਪਾਇਆ ਸੀ, ਅਤੇ ਉਹਨਾਂ ਨੇ ਉਹ ਸਿੱਕੇ ਘੁਮਿਆਰ ਦੇ ਖੇਤ ਲਈ ਦੇ ਦਿੱਤੇ, ਜਿਸ ਤਰ੍ਹਾਂ ਪ੍ਰਭੂ ਨੇ ਮੈਨੂੰ ਆਦੇਸ਼ ਦਿੱਤਾ ਸੀ। ਹੁਣ ਯੀਸ਼ੂ ਰਾਜਪਾਲ ਦੇ ਸਾਹਮਣੇ ਖੜਾ ਸੀ ਅਤੇ ਰਾਜਪਾਲ ਨੇ ਉਸ ਨੂੰ ਪੁੱਛਿਆ, ਕੀ ਤੂੰ ਯਹੂਦੀਆਂ ਦਾ ਰਾਜਾ ਹੈ? ਯੀਸ਼ੂ ਨੇ ਉਸ ਨੂੰ ਕਿਹਾ, ਇਹ ਤੁਸੀਂ ਕਿਹਾ ਹੈ। ਪਰ ਜਦੋਂ ਪ੍ਰਧਾਨ ਪੁਰੋਹਿਤਾਂ ਅਤੇ ਨੇਤਾ ਉਸ ਉੱਤੇ ਦੋਸ਼ ਲਾਈ ਜਾਂਦੇ ਸੀ ਤਾਂ ਉਹ ਕੋਈ ਉੱਤਰ ਨਹੀਂ ਸੀ ਦਿੰਦਾ। ਤਦ ਪਿਲਾਤੁਸ ਨੇ ਉਸ ਨੂੰ ਕਿਹਾ, ਕੀ ਤੂੰ ਨਹੀਂ ਸੁਣਦਾ ਕਿ ਇਹ ਲੋਕ ਤੇਰੇ ਵਿਰੁੱਧ ਕੀ ਗਵਾਹੀਆਂ ਦਿੰਦੇ ਹਨ? ਪਰ ਯੀਸ਼ੂ ਨੇ ਉਸ ਨੂੰ ਕਿਸੇ ਵੀ ਗੱਲ ਦਾ ਉੱਤਰ ਨਾ ਦਿੱਤਾ, ਇੱਥੋਂ ਤੱਕ ਕਿ ਕਿਸੇ ਇੱਕ ਇਲਜ਼ਾਮ ਦਾ ਵੀ ਨਹੀਂ। ਇਸ ਉੱਤੇ ਰਾਜਪਾਲ ਬਹੁਤ ਹੀ ਹੈਰਾਨ ਹੋਇਆ। ਤਿਉਹਾਰ ਦੇ ਮੌਕੇ 'ਤੇ ਇਹ ਦਸਤੂਰ ਸੀ ਕਿ ਰਾਜਪਾਲ ਕਿਸੇ ਇੱਕ ਕੈਦੀ ਨੂੰ ਰਿਹਾ ਕਰ ਦਿੰਦਾ ਸੀ ਜਿਸ ਨੂੰ ਲੋਕ ਚਾਹੁੰਦੇ ਸਨ। ਉਸ ਸਮੇਂ ਉੱਥੇ ਬਰਾਬਾਸ ਨਾਂ ਦਾ ਇੱਕ ਬੜਾ ਬਦਨਾਮ ਕੈਦੀ ਸੀ। ਇਸ ਲਈ ਜਦੋਂ ਲੋਕ ਇਕੱਠੇ ਹੋ ਗਏ ਤਾਂ ਪਿਲਾਤੁਸ ਨੇ ਉਹਨਾਂ ਨੂੰ ਕਿਹਾ, ਤੁਸੀਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਰਿਹਾ ਕਰਾਂ, ਬਰਾਬਾਸ ਨੂੰ ਜਾਂ ਯਿਸੂ ਨੂੰ ਜੋ ਮਸੀਹ ਅਖਵਾਉਂਦਾ ਹੈ? ਕਿਉਂਕਿ ਉਹ ਜਾਣਦਾ ਸੀ ਕਿ ਉਹਨਾਂ ਨੇ ਉਸ ਨੂੰ ਈਰਖਾ ਦੇ ਕਾਰਨ ਫੜਵਾਇਆ ਹੈ। ਇਸ ਤੋਂ ਇਲਾਵਾ ਜਦੋਂ ਉਹ ਨਿਆਂ ਆਸਨ ਉੱਤੇ ਬੈਠਾ ਹੋਇਆ ਸੀ ਤਾਂ ਉਸ ਦੀ ਪਤਨੀ ਨੇ ਉਸ ਨੂੰ ਸੰਦੇਸ਼ਾ ਘੱਲਿਆ ਸੀ, ਉਸ ਧਰਮੀ ਆਦਮੀ ਦੇ ਮਾਮਲੇ ਵਿੱਚ ਤੁਸੀਂ ਕੋਈ ਸਰੋਕਾਰ ਨਾ ਰੱਖਣਾ, ਕਿਉਂਕਿ ਉਸ ਦੇ ਕਾਰਨ ਅੱਜ ਮੈਂ ਸੁਪਨੇ ਵਿੱਚ ਬਹੁਤ ਦੁੱਖ ਸਹਿਆ ਹੈ। ਹੁਣ ਪ੍ਰਧਾਨ ਪੁਰੋਹਿਤ ਅਤੇ ਨੇਤਾਵਾਂ ਨੇ ਲੋਕਾਂ ਨੂੰ ਭੜਕਾਇਆ ਕਿ ਉਹ ਬਰਾਬਾਸ ਦੀ ਮੰਗ ਕਰਨ ਅਤੇ ਯਿਸੂ ਦੇ ਨਾਸ਼ ਦੀ। ਰਾਜਪਾਲ ਨੇ ਫਿਰ ਉਹਨਾਂ ਨੂੰ ਕਿਹਾ, ਦੋਹਾਂ ਵਿੱਚੋਂ ਤੁਸੀਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਰਿਹਾ ਕਰਾਂ? ਉਹਨਾਂ ਨੇ ਕਿਹਾ, ਬਰਾਬਾਸ। ਪਿਲਾਤੁਸ ਨੇ ਉਹਨਾਂ ਨੂੰ ਕਿਹਾ, ਫਿਰ ਮੈਂ ਯਿਸੂ ਨਾਲ ਕੀ ਕਰਾਂ ਜੋ ਮਸੀਹ ਅਖਵਾਉਂਦਾ ਹੈ? ਉਹਨਾਂ ਸਾਰਿਆਂ ਨੇ ਕਿਹਾ, ਇਸ ਨੂੰ ਸਲੀਬ ਦਿੱਤੀ ਜਾਵੇ। ਤਦ ਉਸਨੇ ਕਿਹਾ, ਕਿਉਂ, ਇਸਨੇ ਕਿਹੜੀ ਬਦੀ ਕੀਤੀ ਹੈ? ਪਰੰਤੂ ਉਹਨਾਂ ਹੋਰ ਵੀ ਜ਼ੋਰ ਨਾਲ ਰੌਲਾ ਪਾਇਆ, ਇਸ ਨੂੰ ਸਲੀਬ ਦਿਓ। ਜਦੋਂ ਪਿਲਾਤੁਸ ਨੇ ਦੇਖਿਆ ਕਿ ਉਸ ਦਾ ਕੁਝ ਵੀ ਵੱਸ ਨਹੀਂ ਚੱਲਦਾ, ਸਗੋਂ ਇੱਕ ਹੰਗਾਮਾ ਸ਼ੁਰੂ ਹੋ ਰਿਹਾ ਹੈ, ਤਾਂ ਉਸਨੇ ਪਾਣੀ ਲਿਆ ਅਤੇ ਇਹ ਕਹਿੰਦੇ ਹੋਏ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ, ਮੈਂ ਇਸ ਧਰਮੀ ਆਦਮੀ ਦੇ ਖੂਨ ਤੋਂ ਬਰੀ ਹਾਂ, ਇਸ ਨੂੰ ਤੁਸੀਂ ਜਾਣੋ। ਤਦ ਸਭ ਲੋਕਾਂ ਨੇ ਇੱਕ ਆਵਾਜ਼ ਹੋ ਕੇ ਉੱਤਰ ਦਿੱਤਾ, ਇਸ ਦਾ ਖੂਨ ਸਾਡੇ ਉੱਤੇ ਅਤੇ ਸਾਡੀ ਸੰਤਾਨ ਉੱਤੇ ਹੋਵੇ। ਫਿਰ ਉਸਨੇ ਉਹਨਾਂ ਲਈ ਬਰਾਬਾਸ ਨੂੰ ਰਿਹਾ ਕਰ ਦਿੱਤਾ ਅਤੇ ਯਿਸੂ ਨੂੰ ਕੋੜੇ ਮਰਵਾ ਕੇ ਸਲੀਬ ਉੱਤੇ ਚੜ੍ਹਾਏ ਜਾਣ ਲਈ ਉਹਨਾਂ ਦੇ ਹਵਾਲੇ ਕਰ ਦਿੱਤਾ। ਤਦ ਰਾਜਪਾਲ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਭਵਨ ਦੇ ਵਿਹੜੇ ਵਿੱਚ ਲੈ ਗਏ ਅਤੇ ਉਹਨਾਂ ਨੇ ਸਾਰੀ ਪਲਟਨ ਨੂੰ ਉਸ ਦੇ ਸਾਹਮਣੇ ਇਕੱਠਾ ਕੀਤਾ। ਉਹਨਾਂ ਨੇ ਉਸ ਦੇ ਕੱਪੜੇ ਉਤਾਰ ਦਿੱਤੇ ਅਤੇ ਉਸ ਨੂੰ ਇੱਕ ਗੁਲਨਾਰੀ ਲਿਬਾਸ ਪਹਿਨਾਇਆ ਅਤੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਉੱਤੇ ਰੱਖਿਆ ਅਤੇ ਉਸ ਦੇ ਸੱਜੇ ਹੱਥ ਵਿੱਚ ਇੱਕ ਕਾਨਾ ਫੜਵਾਇਆ। ਫਿਰ ਉਹਨਾਂ ਨੇ ਉਸ ਦੇ ਸਾਹਮਣੇ ਗੋਡੇ ਟੇਕ ਕੇ ਇਹ ਕਹਿੰਦੇ ਹੋਏ ਉਸ ਦਾ ਮਖੌਲ ਉਡਾਇਆ, ਯਹੂਦੀਆਂ ਦਾ ਰਾਜਾ ਜੈ ਹੋ। ਉਹਨਾਂ ਨੇ ਉਸ ਉੱਤੇ ਥੁੱਕਿਆ ਅਤੇ ਕਾਨਾ ਲੈ ਕੇ ਉਸ ਦੇ ਸਿਰ ਉੱਤੇ ਮਾਰਿਆ। ਜਦੋਂ ਉਹਨਾਂ ਉਸ ਦਾ ਮਖੌਲ ਉਡਾ ਲਿਆ ਤਾਂ ਉਹਨਾਂ ਨੇ ਉਹ ਲਿਬਾਸ ਉਤਾਰ ਲਿਆ ਅਤੇ ਉਸ ਨੂੰ ਉਸ ਦੇ ਆਪਣੇ ਕੱਪੜੇ ਪਵਾਏ ਅਤੇ ਉਸ ਨੂੰ ਸਲੀਬ ਉੱਤੇ ਚੜਾਉਣ ਲਈ ਲੈ ਗਏ। ਬਾਹਰ ਨਿਕਲਦਿਆਂ
ਉਹਨਾਂ ਨੂੰ ਕੁਰੀਨ ਦਾ ਨਿਵਾਸੀ ਸ਼ਮਾਉਨ ਨਾਂ ਦਾ ਇੱਕ ਆਦਮੀ ਮਿਲਿਆ। ਉਹਨਾਂ ਉਸ ਆਦਮੀ ਨੂੰ ਉਸਦੀ ਸਲੀਬ ਚੁੱਕ ਕੇ ਲੈ ਜਾਣ ਲਈ ਮਜਬੂਰ ਕੀਤਾ। ਜਦੋਂ ਉਹ ਗੋਲਗਥਾ ਨਾਂ ਦੀ ਥਾਂ ਆਏ, ਜਿਸ ਦਾ ਅਰਥ ਹੈ ਖੋਪੜੀ ਦੀ ਥਾਂ, ਉਹਨਾਂ ਨੇ ਉਸ ਨੂੰ ਪੀਣ ਲਈ ਪਿੱਤ ਮਿਲੀ ਹੋਈ ਅੰਗੂਰੀ ਮੈਲ ਦਿੱਤੀ, ਪਰ ਜਦੋਂ ਉਸਨੇ ਉਹ ਚੱਖੀ ਤਾਂ ਪੀਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਉਸ ਨੂੰ ਸਲੀਬ ਉੱਤੇ ਚੜ੍ਹਾ ਦਿੱਤਾ। ਫਿਰ ਉਹਨਾਂ ਨੇ ਗੁਨਾਹ ਪਾ ਕੇ ਉਸਦੇ ਕੱਪੜੇ ਆਪੋ ਵਿੱਚ ਵੰਡ ਲਏ, ਤਾਂ ਜੋ ਨਬੀ ਦਾ ਕਿਹਾ ਇਹ ਵਾਕ ਪੂਰਾ ਹੋਵੇ। ਉਹਨਾਂ ਮੇਰੇ ਕੱਪੜੇ ਆਪੋ ਵਿੱਚ ਵੰਡ ਲਏ ਅਤੇ ਮੇਰੇ ਚੋਗੇ ਉੱਤੇ ਗੁਨਾਹ ਪਾਇਆ ਅਤੇ ਉੱਥੇ ਬੈਠ ਕੇ ਉਸ ਉੱਤੇ ਪਹਿਰਾ ਦਿੱਤਾ। ਉਹਨਾਂ ਨੇ ਉਸ ਦਾ ਦੋਸ਼ ਲਿਖ ਕੇ ਉਸ ਦੇ ਸਿਰ ਦੇ ਉੱਪਰ ਲਾਇਆ, ਇਹ ਯੀਸੂ ਹੈ, ਯਹੂਦੀਆਂ ਦਾ ਰਾਜਾ। ਦੋ ਡਾਕੂ ਵੀ ਉਸ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਸਨ, ਇੱਕ ਉਸ ਦੇ ਸੱਜੇ ਪਾਸੇ ਅਤੇ ਦੂਜਾ ਉਸ ਦੇ ਖੱਬੇ ਪਾਸੇ। ਜੋ ਲੋਕ ਉੱਥੋਂ ਦੀ ਆਉਂਦੇ ਜਾਂਦੇ ਸਨ, ਉਹਨਾਂ ਨੇ ਆਪਣਾ ਸਿਰ ਹਿਲਾ ਹਿਲਾ ਕੇ ਉਸ ਦੀ ਨਿੰਦਾ ਕੀਤੀ, ਇਹ ਕਹਿੰਦੇ ਹੋਏ, ਹੈਕਲ ਨੂੰ ਢਾਉਣ ਵਾਲੇ ਅਤੇ 3 ਦਿਨਾਂ ਵਿੱਚ ਬਣਾਉਣ ਵਾਲੇ, ਆਪਣੇ ਆਪ ਨੂੰ ਬਚਾ। ਜੇਕਰ ਤੂੰ ਖੁਦਾ ਦਾ ਪੁੱਤਰ ਹੈ ਤਾਂ ਸਲੀਬ ਉੱਤੋਂ ਉਤਰ ਆ। ਇਸ ਤਰ੍ਹਾਂ ਪ੍ਰਧਾਨ ਪੁਰੋਹਿਤਾਂ ਨੇ ਧਰਮ ਗ੍ਰੰਥੀਆਂ ਅਤੇ ਨੇਤਾਵਾਂ ਦੇ ਨਾਲ ਰਲ ਕੇ ਇਹ ਕਹਿੰਦੇ ਹੋਏ ਉਸ ਦਾ ਮਖੌਲ ਉਡਾਇਆ, ਇਸ ਨੇ ਦੂਜਿਆਂ ਨੂੰ ਬਚਾਇਆ, ਇਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ। ਇਹ ਇਜ਼ਰਾਈਲ ਦਾ ਰਾਜਾ ਹੈ ਨਾ, ਇਹ ਹੁਣ ਸਲੀਬ ਉੱਤੋਂ ਥੱਲੇ ਉਤਰ ਆਵੇ ਅਤੇ ਅਸੀਂ ਇਸ ਉੱਤੇ ਵਿਸ਼ਵਾਸ ਕਰ ਲਵਾਂਗੇ। ਇਹ ਖੁਦਾ 'ਤੇ ਭਰੋਸਾ ਰੱਖਦਾ ਹੈ। ਜੇਕਰ ਖੁਦਾ ਇਸ ਨੂੰ ਚਾਹੁੰਦਾ ਹੈ ਤਾਂ ਉਹ ਹੁਣ ਇਸ ਨੂੰ ਛੁਡਾਵੇ, ਕਿਉਂਕਿ ਇਹ ਕਹਿੰਦਾ ਸੀ, ਮੈਂ ਖੁਦਾ ਦਾ ਪੁੱਤਰ ਹਾਂ। ਉਸ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਡਾਕੂ ਵੀ ਇਸੇ ਤਰ੍ਹਾਂ ਉਸ ਨੂੰ ਬੁਰਾ ਭਲਾ ਕਹਿੰਦੇ ਸਨ। ਦੂਜੇ ਪਹਿਰ ਤੇ ਤੀਜੇ ਪਹਿਰ ਤੱਕ ਸਾਰੀ ਧਰਤੀ ਉੱਤੇ ਹਨੇਰਾ ਛਾ ਗਿਆ ਅਤੇ ਲਗਭਗ ਤੀਜੇ ਪਹਿਰ ਯੀਸੂ ਨੇ ਉੱਚੀ ਆਵਾਜ਼ ਨਾਲ ਪੁਕਾਰਿਆ, ਏਲੀ ਏਲੀ ਲਾਮਾ ਸਬਥਾਨੀ, ਯਾਨੀ ਮੇਰੇ ਖੁਦਾ ਤੂੰ ਮੈਨੂੰ ਕਿਉਂ ਛੱਡ ਦਿੱਤਾ। ਉੱਥੇ ਖੜੇ ਕੁਝ ਲੋਕਾਂ ਨੇ ਇਹ ਸੁਣ ਕੇ ਕਿਹਾ, ਇਹ ਏਲੀਆ ਨੂੰ ਸੱਦ ਰਿਹਾ ਹੈ। ਉਹਨਾਂ ਵਿੱਚੋਂ ਇੱਕ ਨੇ ਫੌਰਨ ਦੌੜ ਕੇ ਇੱਕ ਸਪੰਜ ਲਿਆ ਅਤੇ ਉਸ ਨੂੰ ਸਿਰਕੇ ਵਿੱਚ ਡੋਬ ਕੇ ਇੱਕ ਕਾਨੇ ਉੱਤੇ ਰੱਖ ਕੇ ਪੀਣ ਲਈ ਦਿੱਤਾ। ਪਰ ਹੋਰਨਾਂ ਨੇ ਕਿਹਾ, ਠਹਿਰ ਜਾ, ਦੇਖਦੇ ਹਾਂ ਕਿ ਏਲੀਆ ਇਸ ਨੂੰ ਬਚਾਉਣ ਲਈ ਆਉਂਦਾ ਹੈ ਜਾਂ ਨਹੀਂ। ਇੱਕ ਹੋਰ ਸਿਪਾਹੀ ਨੇ ਬਰਸ਼ੀ ਮਾਰ ਕੇ ਉਸ ਦੀ ਵੱਖੀ ਵਿੰਨ ਦਿੱਤੀ ਅਤੇ ਉਸ ਵਿੱਚੋਂ ਲਹੂ ਤੇ ਪਾਣੀ ਵਗ ਨਿਕਲਿਆ। ਤਦ ਯੀਸੂ ਨੇ ਫਿਰ ਉੱਚੀ ਆਵਾਜ਼ ਨਾਲ ਪੁਕਾਰਿਆ ਅਤੇ ਆਪਣੀ ਜਾਨ ਦੇ ਦਿੱਤੀ। ਉਸ ਸਮੇਂ ਹੈਕਲ ਦਾ ਪਰਦਾ ਉੱਪਰ ਤੋਂ ਹੇਠਾਂ ਤੱਕ ਫਟ ਕੇ 2 ਫਾੜ ਹੋ ਗਿਆ। ਧਰਤੀ ਹਿੱਲ ਗਈ ਅਤੇ ਚਟਾਨਾਂ ਪਾਟ ਗਈਆਂ। ਕਬਰਾਂ ਵੀ ਖੁੱਲ੍ਹ ਗਈਆਂ ਅਤੇ ਮਰੇ ਹੋਏ ਬਹੁਤ ਸਾਰੇ ਸੰਤਾਂ ਦੇ ਸਰੀਰ ਜਿੰਦਾ ਕੀਤੇ ਗਏ ਅਤੇ ਉਹ ਉਸ ਦੇ ਜੀ ਉੱਠਣ ਦੇ ਬਾਅਦ ਕਬਰਾਂ ਵਿੱਚੋਂ ਨਿਕਲ ਕੇ ਪਵਿੱਤਰ ਸ਼ਹਿਰ ਵਿੱਚ ਦਾਖਲ ਹੋਏ ਅਤੇ ਬਹੁਤਿਆਂ ਨੂੰ ਦਿਖਾਈ ਦਿੱਤੇ। ਜਦੋਂ ਸੂਬੇਦਾਰ ਅਤੇ ਉਸ ਦੇ ਨਾਲ ਯੀਸੂ ਉੱਪਰ ਪਹਿਰਾ ਦੇਣ ਵਾਲਿਆਂ ਨੇ ਭੂਚਾਲ ਅਤੇ ਜੋ ਕੁਝ ਉੱਥੇ ਵਾਪਰਿਆ ਸੀ ਦੇਖਿਆ ਤਾਂ ਖੌਫ ਨਾਲ ਭਰ ਗਏ ਅਤੇ ਬੋਲ ਉੱਠੇ, ਸੱਚਮੁੱਚ ਇਹ ਖੁਦਾ ਦਾ ਪੁੱਤਰ ਸੀ। ਉੱਥੇ ਬਹੁਤ ਸਾਰੀਆਂ ਔਰਤਾਂ ਵੀ ਸਨ ਜੋ ਦੂਰੋਂ ਹੀ ਦੇਖ ਰਹੀਆਂ ਸਨ ਅਤੇ ਜੋ ਗਲੀਲ ਤੋਂ ਯੀਸੂ ਦੀ ਸੇਵਾ ਕਰਦੀਆਂ ਹੋਈਆਂ ਉਸ ਦੇ ਪਿੱਛੇ ਆਈਆਂ ਸਨ। ਮਰੀਅਮ ਮਗਦਲੀਨੀ, ਯਾਕੂਬ ਅਤੇ ਯੂਸਫ ਦੀ ਮਾਂ ਮਰੀਅਮ ਅਤੇ ਜਬਦੀ ਦੇ ਪੁੱਤਰਾਂ ਦੀ ਮਾਂ ਵੀ ਉਹਨਾਂ ਵਿੱਚੋਂ ਸਨ। ਜਦੋਂ ਸ਼ਾਮ ਹੋਈ ਤਾਂ ਯੂਸਫ ਨਾਮੀ ਅਰਿਮਥਿਆ ਦਾ ਇੱਕ ਅਮੀਰ ਆਦਮੀ ਆਇਆ, ਉਹ ਵੀ ਯੀਸੂ ਦਾ ਚੇਲਾ ਸੀ। ਉਸਨੇ ਪਿਲਾਤੁਸ ਕੋਲ ਜਾ ਕੇ ਯੀਸੂ ਦੀ ਦੇਹ ਮੰਗੀ। ਤਦ ਪਿਲਾਤੁਸ ਨੇ ਉਸ ਨੂੰ ਦੇਣ ਦਾ ਹੁਕਮ ਦਿੱਤਾ। ਯੂਸਫ ਨੇ ਦੇਹ ਲਈ ਅਤੇ ਉਸ ਨੂੰ ਸਾਫ਼ ਮਲਮਲ ਦੇ ਕਫਨ ਵਿੱਚ ਲਪੇਟਿਆ ਅਤੇ ਉਸ ਨੂੰ ਆਪਣੀ ਹੀ ਨਵੀਂ ਕਬਰ ਵਿੱਚ ਰੱਖ ਦਿੱਤਾ ਜੋ ਉਸਨੇ ਚਟਾਨ ਵਿੱਚ ਆਪਣੇ ਲਈ ਖੁਦਵਾਈ ਹੋਈ ਸੀ। ਉਸਨੇ ਇੱਕ ਵੱਡਾ ਪੱਥਰ ਰੇੜ ਕੇ ਕਬਰ ਦੇ ਬੂਹੇ 'ਤੇ ਰੱਖ ਦਿੱਤਾ ਅਤੇ ਚਲਾ ਗਿਆ। ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਹੋਈਆਂ ਸਨ। ਅਗਲੇ ਦਿਨ ਯਾਨੀ ਤਿਆਰੀ ਦੇ ਦਿਨ ਦੇ ਬਾਅਦ ਪ੍ਰਧਾਨ ਪੁਰੋਹਿਤ ਅਤੇ ਫਰੀਸੀ ਪਿਲਾਤੁਸ ਦੇ ਸਾਹਮਣੇ ਇਕੱਠੇ ਪੇਸ਼ ਹੋਏ ਅਤੇ ਕਿਹਾ, ਸ਼੍ਰੀਮਾਨ ਜੀ, ਸਾਨੂੰ ਯਾਦ ਹੈ ਕਿ ਉਸ ਧੋਖੇਬਾਜ਼ ਨੇ ਜਦੋਂ ਅਜੇ ਉਹ ਜਿੰਦਾ ਸੀ ਇਹ ਕਿਹਾ ਸੀ, 3 ਦਿਨਾਂ ਦੇ ਬਾਅਦ ਮੈਂ ਫਿਰ ਜੀ ਉੱਠਾਂਗਾ। ਇਸ ਲਈ ਤੀਜੇ ਦਿਨ ਤੱਕ ਕਬਰ ਦੀ ਰਾਖੀ ਰੱਖਣ ਦਾ ਹੁਕਮ ਦਿੱਤਾ ਜਾਵੇ। ਕਿਤੇ ਇਹ ਨਾ ਹੋਵੇ ਕਿ ਉਸ ਦੇ ਚੇਲੇ ਜਾ ਕੇ ਉਸ ਨੂੰ ਚੁਰਾ ਲੈਣ
ਅਤੇ ਲੋਕਾਂ ਨੂੰ ਕਹਿਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਹ ਪਿਛਲਾ ਧੋਖਾ ਪਹਿਲੇ ਨਾਲੋਂ ਵੀ ਭੈੜਾ ਹੋਵੇ। ਪਿਲਾਤੁਸ ਨੇ ਉਹਨਾਂ ਨੂੰ ਕਿਹਾ, ਤੁਹਾਡੇ ਕੋਲ ਸਿਪਾਹੀਆਂ ਦੀ ਗਾਰਦ ਹੈ, ਜਾਓ, ਜਿਸ ਤਰ੍ਹਾਂ ਤੁਸੀਂ ਮੁਨਾਸਬ ਜਾਣੋ ਉਸ ਦੀ ਸੁਰੱਖਿਆ ਉਸੇ ਤਰ੍ਹਾਂ ਕਰੋ। ਇਸ ਲਈ ਉਹਨਾਂ ਨੇ ਜਾ ਕੇ ਪੱਥਰ 'ਤੇ ਮੋਹਰ ਲਾਈ ਅਤੇ ਪਹਿਰੇਦਾਰਾਂ ਦੀ ਗਾਰਦ ਬਿਠਾ ਕੇ ਕਬਰ ਦੀ ਰਾਖੀ ਕਰਵਾਈ।